Hello students, this lecture is for plus 2 class, medical and non-medical. Today's topic is pseudochemical reactions and collision theory. बहुत ही ज़्यादा important topic ने pseudochemical reactions and collision theory. Now first of all ਆਪਾਂ start ਕਰਦੇ हैं pseudochemical reactions. First है pseudochemical reactions. Chemical reactions. ਤੁਸੀਂ ਕਈ ਵਾਰ ਆਬਜ਼ਰਵ ਕੀਤਾ ਹੋਣਾ ਹੈ ਕਿ ਜਦੋਂ ਆਪਾਂ ਕਿਸੇ ਦੂਰੋਂ ਬੰਦੇ ਨੂੰ ਵੇਖਦੇ ਹਾਂ ਤਾਂ ਆਪਾਂ ਨੂੰ ਲੱਗਦਾ ਕਿ ਆਪਣੀ ਨੋਨ ਚੋਂ ਹੈ ਬੰਦਾ, ਬਟ ਜਦੋਂ ਉਹ ਨੇੜੇ ਆਉਂਦਾ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਇਹਨੂੰ ਬਿਲਕੁਲ ਜਾਣਦੇ ਵੀ ਨਹੀਂ ਹੈ। ਸਮਟਾਈਮਸ ਇੱਦਾਂ ਹੁੰਦਾ ਕਈ ਵਾਰ ਕਿਸੇ ਨਾਲ ਦੂਰੋਂ ਲੱਗਦਾ ਕਿ ਇਹਦੀ ਸ਼ਕਲ ਕਿਸੇ ਨਾਲ ਮੇਲ ਖਾਂਦੀ ਹੈ, ਪਰ ਨੇੜੇ ਆਉਣ 'ਤੇ ਪਤਾ ਲੱਗਦਾ ਕਿ ਕੋਈ ਹੋਰ ਹੀ ਬੰਦਾ ਹੈ, ਉਹ ਹੋਰ ਹੀ ਕੋਈ ਫਰੈਂਡ ਹੈ। ਠੀਕ ਹੈ ਜੀ। ਤਾਂ ਕਈ ਵਾਰ ਰਿਐਕਸ਼ਨਸ ਦੇ ਵਿੱਚ ਵੀ ਇੱਦਾਂ ਹੀ ਹੁੰਦਾ। ਰਿਐਕਸ਼ਨਸ ਆਪਾਂ ਨੂੰ ਦੇਖਣ ਨੂੰ ਲੱਗਦੀਆਂ ਨੇ ਹਾਇਰ ਆਰਡਰ ਦੀਆਂ, ਬਟ ਐਕਚੁਅਲੀ ਉਹ ਲੋਅਰ ਆਰਡਰ ਦੀਆਂ ਹੁੰਦੀਆਂ ਨੇ। ਠੀਕ ਹੈ ਜੀ। ਕੁਛ ਰਿਐਕਸ਼ਨਸ ਇੱਦਾਂ ਦੀਆਂ ਨੇ ਜਿਹੜੀਆਂ ਦੇਖਣ ਨੂੰ ਕੀ ਲੱਗਦੀਆਂ ਨੇ ਹਾਇਰ ਆਰਡਰ ਦੀਆਂ, ਬਟ ਐਕਚੁਅਲੀ ਹੁੰਦੀਆਂ ਕੀ ਨੇ ਲੋਅਰ ਆਰਡਰ ਦੀਆਂ। ਤਾਂ ਇੱਦਾਂ ਦੀਆਂ ਰਿਐਕਸ਼ਨਸ ਨੂੰ ਆਪਾਂ ਬੋਲਦੇ ਹਾਂ ਸੀਡੋਕੈਮੀਕਲ ਰਿਐਕਸ਼ਨਸ। ਠੀਕ ਹੈ ਜੀ। ਅਤੇ ਇਹਦੀ ਡੈਫੀਨੇਸ਼ਨ ਹੈ ਦ ਰਿਐਕਸ਼ਨਸ which are not truly of lower order but under certain conditions becomes of lower order। ਕੁਛ ਇੱਦਾਂ ਦੀਆਂ ਰਿਐਕਸ਼ਨਸ ਜਿਹੜੀਆਂ ਐਕਚੁਅਲੀ ਲੋਅਰ ਆਰਡਰ ਦੀਆਂ ਲੱਗਦੀਆਂ ਨਹੀਂ, ਬਟ ਸਰਟਨ ਕੰਡੀਸ਼ਨਸ ਦੇ ਅੰਡਰ ਉਹ ਲੋਅਰ ਆਰਡਰ ਦੀਆਂ ਹੀ ਹੁੰਦੀਆਂ ਨੇ। ਦੇਖਣ ਨੂੰ ਲੱਗਦਾ ਆਪਾਂ ਨੂੰ ਹਾਇਰ ਆਰਡਰ ਦੀਆਂ ਨੇ। ਫੋਰ ਐਗਜ਼ਾਮਪਲ ਆਪਾਂ ਐਗਜ਼ਾਮਪਲ ਨਾਲ ਕਰ ਲੈਂਦੇ ਹਾਂ। ਹਾਈਡਰੋਲਿਸਿਸ ਆਫ ਇਥਾਈਲ ਐਸੀਟੇਟ ਹੈ CH3 COO C2H5। ਆਪਾਂ ਇਹਦਾ ਹਾਈਡਰੋਲਿਸਿਸ ਕਰਦੇ ਹਾਂ। ਅਗਰ ਆਪਾਂ ਇਹਦਾ ਹਾਈਡਰੋਲਿਸਿਸ ਕਰਦੇ ਹਾਂ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਆਪਣੇ ਕੋਲ ਐਸਟਿਕ ਐਸਿਡ ਐਂਡ ਇਥੇਨੋਲ ਫਾਰਮ ਹੋ ਜਾਂਦੀ ਹੈ। ਕਲੀਅਰ ਨਾ। ਹੁਣ ਇੱਥੇ ਆਪਾਂ ਅਗਰ ਰੇਟ ਲਿਖੀਏ ਇਸ ਰਿਐਕਸ਼ਨ ਦੀ, ਰੇਟ ਲਿਖਾਂਗੇ K ਕੰਸਨਟ੍ਰੇਸ਼ਨ ਆਫ ਰਿਐਕਟੈਂਟਸ। ਰਿਐਕਟੈਂਟ ਆਪਣੇ ਕੋਲ ਇਥਾਈਲ ਐਸੀਟੇਟ ਹੈ, ਇੱਕ ਵਾਟਰ ਹੈ। ਇਟ ਮੀਨਸ ਇਹਦਾ ਆਰਡਰ ਕੀ ਆ ਗਿਆ ਰਿਐਕਸ਼ਨ ਦਾ 1 + 1 = 2, ਕਿਉਂਕਿ 1 ਪਾਵਰ ਇਹਦੀ ਆ 1 ਪਾਵਰ ਇਹਦੀ ਆ, ਪਾਵਰਸ ਨੂੰ ਐਡ ਕਰਦੇ ਆ ਤਾਂ ਆਪਣੇ ਕੋਲ ਆਰਡਰ ਆਫ ਰਿਐਕਸ਼ਨ ਆ ਜਾਂਦਾ। ਤਾਂ ਹੁਣ ਇਸ ਰਿਐਕਸ਼ਨ ਦਾ ਆਰਡਰ ਕੀ ਆ ਰਿਹਾ ਆਪਣੇ ਕੋਲ ਸੈਕਿੰਡ ਆਰਡਰ ਆ ਰਿਹਾ। ਬਟ ਜਿਹੜਾ ਇੱਥੇ ਵਾਟਰ ਲੈਤਾ ਹੈ, ਵਾਟਰ ਆਪਾਂ ਲੈ ਰਹੇ ਹਾਂ ਐਕਸੈਸ ਦੇ ਵਿੱਚ। ਠੀਕ ਹੈ ਜੀ। ਜਦੋਂ ਕੋਈ ਚੀਜ਼ ਐਕਸੈਸ ਦੇ ਵਿੱਚ ਲੈਤੀ ਜਾਂਦੀ ਹੈ, ਅਗਰ ਉਹਦੀ ਕੰਸਨਟ੍ਰੇਸ਼ਨ ਥੋੜ੍ਹਾ ਬਹੁਤ ਚੇਂਜ ਆਉਂਦਾ ਹੈ ਤਾਂ ਉਹ ਮੇਜਰੇਬਲ ਨਹੀਂ ਹੁੰਦਾ। ਮੀਨਸ ਥੋੜ੍ਹੀ ਬਹੁਤ ਚੇਂਜ ਦੇ ਨਾਲ ਇਹਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣ ਲੱਗਿਆ। ਇਹਦੀ ਕੰਸਨਟ੍ਰੇਸ਼ਨ ਆਪਾਂ ਸਪੋਜ਼ ਕਰਕੇ ਚੱਲਦੇ ਹਾਂ ਵੀ ਇਹ ਆਲਮੋਸਟ ਕੌਨਸਟੈਂਟ ਹੈ। ਠੀਕ ਹੈ ਜੀ। ਅਗਰ ਕੋਈ ਚੀਜ਼ ਕੋਈ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਐਕਸੈਸ ਦੇ ਵਿੱਚ ਹੈ, ਥੋੜ੍ਹੀ ਬਹੁਤ ਚੇਂਜ ਹੋਣ ਦੇ ਨਾਲ ਉਹਦੀ ਕੰਸਨਟ੍ਰੇਸ਼ਨ ਨੂੰ ਜ਼ਿਆਦਾ ਫਰਕ ਨਹੀਂ ਪੈਣ ਲੱਗਿਆ। ਇਟ ਮੀਨਸ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੀ ਕੰਸਨਟ੍ਰੇਸ਼ਨ ਜਿਹੜੀ ਹੈਗੀ ਆ ਉਹ ਆਲਮੋਸਟ ਕੀ ਰਹਿੰਦੀ ਆ, ਸੇਮ ਰਹਿੰਦੀ ਆ। ਇਹਦੀ ਕੰਸਨਟ੍ਰੇਸ਼ਨ 'ਚ ਕੋਈ ਵੀ ਵੇਰੀਏਸ਼ਨ ਨਹੀਂ ਆ ਰਹੀ। ਇਟ ਮੀਨਸ ਟਾਈਮ ਦੇ ਨਾਲ ਇਕੱਲੀ ਇਹੀ ਕੰਸਨਟ੍ਰੇਸ਼ਨ ਚੇਂਜ ਕਰਦੀ ਹੈ। ਠੀਕ ਹੈ ਜੀ। ਤਾਂ ਆਪਣੀ ਰੇਟ ਐਕਚੁਅਲੀ ਹੁਣ ਬਣ ਕੇ ਗਈ ਰੇਟ = K ਕੰਸਨਟ੍ਰੇਸ਼ਨ ਆਫ ਇਥਾਈਲ ਐਸੀਟੇਟ। ਠੀਕ ਹੈ ਜੀ। ਅਗਰ ਆਪਾਂ ਇਸ ਦੇ ਅਕੋਰਡਿੰਗਲੀ ਆਰਡਰ ਲਿਖਣਾ ਹੋਵੇ ਤਾਂ ਆਰਡਰ ਕੀ ਆ ਜਾਏਗਾ, ਆਰਡਰ ਇਜ਼ 1। ਤਾਂ ਆਪਾਂ ਅਗਰ ਰਿਐਕਸ਼ਨ ਇਕੱਲੀ ਲਿਖੀ ਸੀ ਉਹਦੇ ਅਕੋਰਡਿੰਗਲੀ ਆਰਡਰ ਆਫ ਰਿਐਕਸ਼ਨ ਕੀ ਆ ਰਿਹਾ ਸੀ ਸੈਕਿੰਡ। ਮੀਨਸ ਆਪਾਂ ਦੂਰੋਂ ਅਬਜ਼ਰਵ ਕੀਤਾ ਤਾਂ ਆਰਡਰ ਕੀ ਆ ਰਿਹਾ ਸੈਕਿੰਡ। ਅਗਰ ਆਪਾਂ ਇਹਨੂੰ ਨੇੜੇ ਜਾ ਕੇ ਅਬਜ਼ਰਵ ਕੀਤਾ, ਪ੍ਰੈਕਟੀਕਲ ਕਰਕੇ ਵੇਖਿਆ ਤਾਂ ਆਪਾਂ ਨੂੰ ਪਤਾ ਲੱਗਿਆ ਕਿ ਵਾਟਰ ਦੀ ਕੰਸਨਟ੍ਰੇਸ਼ਨ ਤਾਂ ਚੇਂਜ ਹੀ ਨਹੀਂ ਕਰ ਰਹੀ, ਇਕੱਲੀ ਇਹਦੀ ਕੰਸਨਟ੍ਰੇਸ਼ਨ ਚੇਂਜ ਕਰਦੀ ਹੈ। ਸੋ ਆਰਡਰ ਆਫ ਰਿਐਕਸ਼ਨ ਕੀ ਆ ਗਿਆ ਆਪਣਾ 1। ਤਾਂ ਰਿਐਕਸ਼ਨ ਕੀ ਲੱਗ ਰਹੀ ਸੀ ਆਪਾਂ ਨੂੰ ਸੈਕਿੰਡ ਆਰਡਰ ਦੀ, ਐਕਚੁਅਲੀ ਕੀ ਹੈ ਰਿਐਕਸ਼ਨ ਆਫ ਫਸਟ ਆਰਡਰ। ਤੈਨੂੰ ਆਪਾਂ ਬੋਲ ਦਾਂਗੇ ਸੀਡੋਕੈਮੀਕਲ ਰਿਐਕਸ਼ਨ। ਠੀਕ ਹੈ ਜੀ। ਇਹਦਾ ਹੋਰ ਨਾਮ ਵੀ ਆਪਾਂ ਰੱਖ ਸਕਦੇ ਹਾਂ ਸੀਡੋ ਫਸਟ ਆਰਡਰ ਰਿਐਕਸ਼ਨ। ਕਿਉਂ? ਬਿਕੋਜ਼ ਆਪਾਂ ਨੂੰ ਇਹ ਲੱਗਦੀ ਸੈਕਿੰਡ ਆਰਡਰ ਦੀ ਸੀ, ਬਟ ਹੈ ਕੀ ਹੈ ਫਸਟ ਆਰਡਰ ਦੀ। ਤਾਂ ਇਹ ਕੀ ਹੈ ਸੀਡੋ ਫਸਟ ਆਰਡਰ ਰਿਐਕਸ਼ਨ। ਇੱਕ ਹੋਰ ਆਪਾਂ ਐਗਜ਼ਾਮਪਲ ਇਹਦੇ ਵਿੱਚ ਕਰ ਸਕਦੇ ਹਾਂ। ਹੋਰ ਐਗਜ਼ਾਮਪਲ ਕਿਹੜੀ ਹੈ? ਹਾਈਡਰੋਲਿਸਿਸ ਆਫ ਸ਼ੂਗਰ C12H22O11 ਪਲੱਸ ਵਾਟਰ ਐਡ ਕੀਤਾ, ਹਾਈਡਰੋਲਿਸਿਸ ਕਰਦੇ ਹਾਂ ਆਪਾਂ। ਅਗਰ ਆਪਾਂ ਇਹਦੀ ਹਾਈਡਰੋਲਿਸਿਸ ਕਰਦੇ ਹਾਂ ਤਾਂ ਆਪਣੇ ਕੋਲ ਗਲੂਕੋਜ਼ ਐਂਡ ਫਰੈਕਟੋਜ਼ ਬਣ ਜਾਂਦਾ ਹੈ C6H12O6 ਪਲੱਸ C6H12O6। ਇਹ ਆ ਗਿਆ ਗਲੂਕੋਜ਼, ਇਹ ਆ ਗਿਆ ਫਰੈਕਟੋਜ਼, ਇਹ ਹੈਗਾ ਸ਼ੂਗਰ। ਨਾ ਹੁਣ ਸੇਮ ਹੀ ਅਗਰ ਆਪਾਂ ਇਹਦੇ ਵਿੱਚ ਰੇਟ ਲਿਖਣੀ ਚਾਹੀਏ ਇਸ ਰਿਐਕਸ਼ਨ ਨੂੰ ਵੇਖ ਕੇ ਤਾਂ ਆਪਣੇ ਕੋਲ ਆਏਗਾ ਕੰਸਨਟ੍ਰੇਸ਼ਨ ਆਫ ਸ਼ੂਗਰ ਐਂਡ ਕੰਸਨਟ੍ਰੇਸ਼ਨ ਆਫ ਵਾਟਰ। ਬਟ ਐਕਚੁਅਲੀ ਸੇਮ ਕੇਸ ਹੀ ਇਹਦੇ ਵਿੱਚ ਵੀ, ਵਾਟਰ ਐਕਸੈਸ ਦੇ ਵਿੱਚ ਹੈ। ਅਗਰ ਇਹ ਐਕਸੈਸ ਦੇ ਵਿੱਚ ਹੈ ਤਾਂ ਇਹਦੀ ਕੰਸਨਟ੍ਰੇਸ਼ਨ 'ਚ ਕੋਈ ਵੇਰੀਏਸ਼ਨ ਨਹੀਂ ਆਊਗੀ। ਜੇ ਥੋੜ੍ਹੀ ਬਹੁਤ ਆਊਗੀ ਉਹ ਆਪਾਂ ਕਾਊਂਟ ਹੀ ਨਹੀਂ ਕਰ ਸਕਦੇ, ਮਤਲਬ ਕਾਊਂਟੇਬਲ ਹੀ ਨਹੀਂ ਹੈਗੀ ਹੈ। ਥੋੜ੍ਹੀ ਬਹੁਤ ਕੰਸਨਟ੍ਰੇਸ਼ਨ 'ਚ ਚੇਂਜ ਆਪਾਂ ਲੈਂਦੀ ਨਹੀਂ। ਠੀਕ ਹੈ ਜੀ। ਤਾਂ ਇਟ ਮੀਨਸ ਇਕੱਲੀ ਇਹਦੀ ਕੰਸਨਟ੍ਰੇਸ਼ਨ 'ਚ ਚੇਂਜ ਆ ਰਿਹਾ। ਸੋ ਰੇਟ ਕੀ ਬਣ ਗਈ ਆਪਣੀ K C12H22O11।
ਤਾਂ ਦੇਖਣ ਨੂੰ ਲੱਗਦੀ ਸੀ ਇਹ ਸੈਕੰਡ ਆਰਡਰ ਦੀ, ਬਟ ਹੈ ਕੀ ਹੈ, ਇਹ ਫਸਟ ਆਰਡਰ ਦੀ। ਸੋ ਇਟ ਇਜ਼ ਆਲਸੋ ਏ ਐਗਜ਼ਾਮਪਲ ਆਫ ਸੀਡੋਕੈਮੀਕਲ ਰਿਐਕਸ਼ਨ। ਠੀਕ ਹੈ ਜੀ। ਤਾਂ ਸੀਡੋਕੈਮੀਕਲ ਰਿਐਕਸ਼ਨਸ ਬਾਰੇ ਪਤਾ ਲੱਗਿਆ। ਇੱਦਾਂ ਦੀਆਂ ਰਿਐਕਸ਼ਨਸ ਜਿਹੜੀਆਂ ਹਾਇਰ ਆਰਡਰ ਦੀਆਂ ਲੱਗਦੀਆਂ ਨੇ ਬਟ ਐਕਚੁਅਲੀ ਉਹ ਲੋਅਰ ਆਰਡਰ ਦੀਆਂ ਹੁੰਦੀਆਂ ਨੇ, ਸੀਡੋਕੈਮੀਕਲ ਰਿਐਕਸ਼ਨਸ ਨੇ। ਅੱਗੇ ਮੋਸਟ ਇੰਪੋਰਟੈਂਟ ਟੌਪਿਕ ਕਰਨ ਲੱਗੇ ਹਾਂ ਜਿਹਦਾ ਨਾਮ ਹੈ ਕੋਲਿਜ਼ਨ ਥਿਊਰੀ। ਕੋਲਿਜ਼ਨ ਥਿਊਰੀ ਹਮੇਸ਼ਾ ਕੁਐਸਚਨ ਪੁੱਛਿਆ ਜਾਂਦਾ ਇਹਦੇ ਵਿੱਚੋਂ, ਕੋਲਿਜ਼ਨ ਥਿਊਰੀ ਕੀ ਹੁੰਦੀ ਹੈ ਜਾਂ ਕੋਲਿਜ਼ਨ ਥਿਊਰੀ ਦੇ ਕੀ ਪੋਸਟੂਲੇਟਸ ਨੇ ਵਗੈਰਾ ਵਗੈਰਾ, ਇਹਦੇ ਚੋਂ ਕੁਐਸਚਨਸ ਆਉਂਦੇ ਨੇ। ਕੋਲਿਜ਼ਨ ਥਿਊਰੀ ਨਾ, ਕੋਲਿਜ਼ਨ ਥਿਊਰੀ ਨੂੰ ਦੋ ਸਾਇੰਟਿਸਟਾਂ ਜਿਨ੍ਹਾਂ ਦਾ ਨਾਮ ਸੀਗਾ ਮੈਕਸ ਟਰੂਟਸ ਐਂਡ ਵਿਲੀਅਮ ਲੂਇਸ, ਇਹਨਾਂ ਨੇ ਡਿਸਕਵਰ ਕੀਤਾ ਸੀ। ਇਹਨਾਂ ਨੇ ਇਸ ਥਿਊਰੀ ਨੂੰ ਔਨ ਦਾ ਬੇਸਿਸ ਆਫ ਕਨੈਟਿਕ ਥਿਊਰੀ ਆਫ ਗੈਸਿਸ, ਜਿਹੜੀ ਕਿ ਆਪਾਂ +1 ਦੇ ਵਿੱਚ ਸਟੱਡੀ ਕੀਤੀ ਆ, ਉਹਦੇ ਬੇਸਿਸ 'ਤੇ ਸਮਝਾਉਣਾ ਸ਼ੁਰੂ ਕੀਤਾ ਸੀ। ਠੀਕ ਹੈ ਜੀ। ਇਹਨਾਂ ਨੇ ਅਸਲ 'ਚ ਕੀ ਸਮਝਾਇਆ ਆਪਾਂ ਨੂੰ, ਕੀ ਆਪਾਂ ਨੂੰ ਦੱਸਿਆ, ਉਹ ਆਪਾਂ ਅੱਗੇ ਕਰਦੇ ਹਾਂ। ਦੇਖੋ ਕੋਲਿਜ਼ਨ ਥਿਊਰੀ ਹੈ ਕੀ ਆ। ਦੇਖੋ ਜਿਹੜੀ ਵੀ ਕੋਈ ਆਪਣੇ ਕੋਲ ਰਿਐਕਸ਼ਨ ਹੋ ਰਹੀ ਹੈ ਏ ਤੋਂ, ਜਿਵੇਂ ਪ੍ਰੋਡਕਟ ਪੀ ਬਣਦੇ ਆ, ਜਿਹੜੇ ਏ ਦੇ ਪਾਰਟੀਕਲਸ ਨੇ, ਰਿਐਕਟਿੰਗ ਸਪੀਸੀਜ਼ ਨੇ ਜਿਹੜੇ, ਉਹ ਆਪਸ ਵਿੱਚ ਕੋਲਿਜ਼ਨ ਕਰਦੇ ਨੇ, ਤਾਂ ਇਹਦਾ ਨਾਮ ਰੱਖਿਆ ਗਿਆ ਕੋਲਿਜ਼ਨ। ਇਸ ਥਿਊਰੀ ਦੇ ਅਕੋਰਡਿੰਗਲੀ ਕੀ ਹੈ, ਜਿਹੜੇ ਰਿਐਕਟੈਂਟ ਦੇ ਪਾਰਟੀਕਲਸ ਨੇ ਉਹ ਆਪਸ ਵਿੱਚ ਕੋਲਿਜ਼ਨ ਕਰਦੇ ਨੇ। ਇੱਦਾਂ ਕੋਲਿਜ਼ਨਸ ਹੁੰਦੇ ਨੇ ਜਦੋਂ ਫੇਰ ਪ੍ਰੋਡਕਟ ਬਣਦੇ ਨੇ। ਠੀਕ ਹੈ ਜੀ। ਤਾਂ ਜਿਹੜੀ ਬੇਸਿਕ ਚੀਜ਼ ਇਹਨਾਂ ਨੇ ਦੱਸੀ ਉਹ ਕੀ ਹੈ ਕਿ ਕੋਲਿਜ਼ਨਸ ਹੁੰਦੇ ਨੇ। ਠੀਕ ਹੈ ਜੀ। ਤਾਂ ਇਹਦਾ ਬੇਸਿਕ ਪ੍ਰਿੰਸੀਪਲ ਵੀ ਇਹੀ ਬਣ ਜਾਂਦਾ ਹੈ ਕਿ ਜਿਹੜੀ ਕੋਈ ਵੀ ਰਿਐਕਸ਼ਨ ਹੋ ਰਹੀ ਹੈ, ਗੋਇੰਗ ਔਨ ਹੋ ਰਹੀ ਹੈ, ਜਿਹੜੇ ਰਿਐਕਟਿੰਗ ਸਪੀਸੀਜ਼ ਨੇ ਉਹਨਾਂ ਦੇ ਵਿੱਚ ਕੋਲਿਜ਼ਨ ਹੋਣਾ ਜ਼ਰੂਰੀ ਹੈ। ਠੀਕ ਹੈ ਜੀ। ਜਿਹੜੇ ਰਿਐਕਟਿੰਗ ਸਪੀਸੀਜ਼ ਨੇ ਉਹਨਾਂ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਕੋਲਿਜ਼ਨ ਹੋਣਾ ਜ਼ਰੂਰੀ ਹੈ। ਤਾਂ ਹੁਣ ਜਿਹੜੇ ਇਹ ਰਿਐਕਟਿੰਗ ਸਪੀਸੀਜ਼ ਨੇ, ਰਿਐਕਟਿੰਗ ਸਪੀਸੀਜ਼ ਕਿਹੜੇ ਹੁੰਦੇ ਨੇ, ਜਿਹੜੇ ਵੀ ਐਟਮਸ ਨੇ ਜਾਂ ਜਿਹੜੇ ਵੀ ਆਇਨਸ ਨੇ ਜਾਂ ਜਿਹੜੇ ਵੀ ਮੋਲੀਕਿਊਲਸ ਨੇ ਰਿਐਕਸ਼ਨਸ ਵਿੱਚ ਪਾਰਟੀਸਪੇਟ ਕਰ ਰਹੇ ਨੇ। ਠੀਕ ਹੈ ਜੀ। ਇਹ ਰਿਐਕਟਿੰਗ ਆਪਣੇ ਸਪੀਸੀਜ਼ ਹੋ ਗਈ, ਮੀਨਸ ਇਹਨਾਂ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਕੋਲਿਜ਼ਨ ਹੋਣਾ ਚਾਹੀਦਾ। ਠੀਕ ਹੈ ਜੀ। ਜਦੋਂ ਇਹ ਕੋਲਿਜ਼ਨ ਹੋਊਗਾ ਫਿਰ ਹੀ ਆਪਣੇ ਕੋਲੇ ਪ੍ਰੋਡਕਟ ਬਣਨਗੇ। ਕੋਲਿਜ਼ਨ ਦੈਨ ਪ੍ਰੋਡਕਟ। ਠੀਕ ਹੈ ਜੀ। ਇਸ ਥਿਊਰੀ ਨੇ ਕੀ ਕੀਤਾ, ਕੋਲਿਜ਼ਨਸ ਨੂੰ ਸਮਝਾਉਣ ਦੇ ਲਈ, ਰਿਐਕਸ਼ਨਸ ਨੂੰ ਸਮਝਾਉਣ ਦੇ ਲਈ ਕੀ ਕੀਤਾ, ਜਿਹੜੇ ਰਿਐਕਟਿੰਗ ਸਪੀਸੀਜ਼ ਨੇ ਉਹਨਾਂ ਨੂੰ ਇੱਕ ਹਾਰਡ ਸਫੀਅਰ ਦੀ ਤਰ੍ਹਾਂ ਸਪੋਜ਼ ਕਰਦੇ, ਹਾਰਡ ਸਫੀਅਰਸ। ਇਸ ਲਈ ਜਦੋਂ ਵੀ ਮੈਂ ਇੱਥੇ ਕੋਈ ਵੀ ਰਿਐਕਟਿੰਗ ਸਪੀਸੀਜ਼ ਡਰਾਅ ਕਰੂੰਗਾ ਤਾਂ ਉਹ ਇੱਦਾਂ ਸਰਕੂਲਰ ਫਾਰਮ 'ਚ ਡਰਾਅ ਕਰੂੰਗਾ। ਮੀਨਸ ਆਪਣੇ ਕੋਲੇ ਕੀ ਹੈ, ਜਿਹੜੇ ਹੁਣ ਪਾਰਟੀਕਲਸ ਨੇ, ਰਿਐਕਟਿੰਗ ਸਪੀਸੀਜ਼ ਨੇ, ਉਹ ਕਿਨੇ ਹਾਰਡ ਸਫੀਅਰ ਨੇ। ਹਾਰਡ ਸਫੀਅਰਸ ਮੰਨ ਕੇ ਇਹਨਾਂ ਨੇ ਇਹ ਥਿਊਰੀ ਨੂੰ ਅੱਗੇ ਫਾਰਵਰਡ ਕੀਤਾ। ਠੀਕ ਹੈ ਜੀ। ਤਾਂ ਬੇਸਿਕ ਇਹਦਾ ਪ੍ਰਿੰਸੀਪਲ ਕੀ ਬਣ ਗਿਆ ਕਿ ਜਿਹੜੀ ਵੀ ਰਿਐਕਸ਼ਨ ਹੋ ਰਹੀ ਹੈ ਜਿਹਦੇ ਵਿੱਚ ਪ੍ਰੋਡਕਟ ਬਣ ਰਹੇ ਨੇ, ਤਾਂ ਉਹਦੇ ਵਿੱਚ ਜਿਹੜੇ ਰਿਐਕਟੈਂਟ ਦੇ ਸਪੀਸੀਜ਼ ਨੇ ਉਹ ਆਪਸ ਵਿੱਚ ਕੋਲਿਜ਼ਨ ਕਰਨਗੇ। ਕੋਲਿਜ਼ਨ ਹੋਣਾ ਜ਼ਰੂਰੀ ਹੈ। ਠੀਕ ਹੈ ਜੀ। ਅਗਰ ਕੋਲਿਜ਼ਨ ਹੋਏਗਾ ਤਾਂ ਪ੍ਰੋਡਕਟ ਬਣਨਗੇ, ਅਦਰਵਾਈਜ਼ ਪ੍ਰੋਡਕਟ ਨਹੀਂ ਬਣਨਗੇ। ਠੀਕ ਹੈ ਜੀ। ਨਾਓ ਅੱਗੇ, ਤਾਂ ਕੋਲਿਜ਼ਨ ਹੋਣੇ ਜ਼ਰੂਰੀ ਨੇ, ਫਿਰ ਹੀ ਪ੍ਰੋਡਕਟ ਆਪਣੇ ਕੋਲੇ ਬਣਦੇ ਆ। ਨੈਕਸਟ ਹੈ, ਹੁਣ ਕੋਲਿਜ਼ਨ ਹੋਣੇ ਜ਼ਰੂਰੀ ਨੇ, ਆਪਾਂ ਨੇ ਇਹ ਚੀਜ਼ ਕਹਿਤੀ ਆ। ਨਾਓ ਇਹ ਵੇਖਿਆ ਗਿਆ ਕਿ ਅਗਰ ਆਪਣੇ ਕੋਲੇ ਟੋਟਲ 100 ਕੋਲਿਜ਼ਨਸ ਹੋ ਰਹੇ ਨੇ, ਉਹਦੇ ਵਿੱਚੋਂ 20 ਕੋਲਿਜ਼ਨਸ ਲਗਭਗ ਪ੍ਰੋਡਕਟ ਦੇ ਦਿੰਦੇ, ਜਿਹੜੇ ਬਾਕੀ ਦੇ 80 ਕੋਲਿਜ਼ਨਸ ਨੇ ਉਹ ਪ੍ਰੋਡਕਟ ਨਹੀਂ ਦੇ ਰਹੇ। ਠੀਕ ਹੈ ਜੀ। ਅਗਰ ਆਪਾਂ ਗੱਲ ਕਰੀਏ, ਇਹੀ ਥਿਊਰੀ ਨੇ ਜਿਹੜੀ ਚੀਜ਼ ਸਟੱਡੀ ਕੀਤੀ, ਅਗਰ ਆਪਾਂ ਆਰਡੀਨਰੀ ਟੈਂਪਰੇਚਰ 'ਤੇ ਵੇਖੀਏ ਗੈਸਿਸ ਸਿਸਟਮ ਦੇ ਲਈ, ਮਤਲਬ ਜਿਹਦੇ ਵਿੱਚ ਰਿਐਕਟੈਂਟ ਗੈਸਿਸ ਫਾਰਮ 'ਚ ਨੇ, ਤਾਂ ਉਹਦੇ ਲਈ ਜਿਹੜੇ ਨੰਬਰ ਆਫ ਕੋਲਿਜ਼ਨਸ ਹੋ ਰਹੇ ਨੇ 1 ਸੈਕਿੰਡ ਦੇ ਵਿੱਚ, ਉਹ ਹੋ ਰਹੇ ਨੇ ਕਿਸੇ ਵੀ ਨਾਰਮਲ ਆਪਾਂ ਕੰਡੀਸ਼ਨ ਦੀ ਗੱਲ ਕਰ, ਰਿਐਕਸ਼ਨ ਦੀ ਗੱਲ ਕਰ ਰਹੇ ਹਾਂ, 10⁻28 to 10⁻25 to 10⁻28 ਪਰ ਸੈਕਿੰਡ। ਮੀਨਸ 1 ਸੈਕਿੰਡ ਦੇ ਵਿੱਚ ਕਿਸੇ ਇੱਕ ਰਿਐਕਸ਼ਨ ਦੇ ਵਿੱਚ ਇੰਨੇ ਕੋਲਿਜ਼ਨਸ ਹੋ ਰਹੇ ਨੇ। ਨਾਰਮਲੀ ਸਾਰਿਆਂ 'ਤੇ ਇਹ ਅਪਲਾਈ ਹੋ ਸਕਦਾ ਫਾਰਮੂਲਾ, ਹਰੇਕ ਰਿਐਕਸ਼ਨ ਦੇ ਵਿੱਚ ਨਾਰਮਲੀ 1 ਸੈਕਿੰਡ ਦੇ ਵਿੱਚ ਇੰਨੇ ਕੋਲਿਜ਼ਨਸ ਹੁੰਦੇ ਨੇ। ਅਗਰ ਇੰਨੇ ਕੋਲਿਜ਼ਨਸ ਹੁੰਦੇ ਨੇ, ਬਹੁਤ ਜ਼ਿਆਦਾ ਹਾਈ ਵੈਲਿਊ ਹੈ। ਇਟ ਮੀਨਸ ਹਰੇਕ ਰਿਐਕਸ਼ਨ ਫਾਸਟ ਹੋਣੀ ਚਾਹੀਦੀ ਸੀ, ਬਟ ਆਪਣੇ ਕੋਲੇ ਕਾਫੀ ਸਾਰੀਆਂ ਰਿਐਕਸ਼ਨਸ ਨੇ ਜਿਹੜੀਆਂ ਬਹੁਤ ਜ਼ਿਆਦਾ ਸਲੋ ਨੇ, ਜਿਨ੍ਹਾਂ ਨੂੰ ਕੰਪਲੀਟ ਹੋਣ 'ਤੇ ਸਾਲ ਵੀ ਲੱਗ ਸਕਦੇ ਨੇ। ਠੀਕ ਹੈ ਜੀ। ਮਹੀਨੇ ਲੱਗ ਸਕਦੇ ਨੇ, ਦਿਨ ਲੱਗ ਸਕਦੇ ਨੇ। ਕੁਛ ਇੱਦਾਂ ਦੀਆਂ ਰਿਐਕਸ਼ਨਸ ਨੇ ਜਿਹੜੀਆਂ ਮਿੰਟਾਂ ਸਕਿੰਟਾਂ 'ਚ ਹੋ ਜਾਂਦੀਆਂ ਨੇ, ਕੁਛ ਇੱਦਾਂ ਦੀਆਂ ਰਿਐਕਸ਼ਨਸ ਜਿਹੜੀਆਂ ਮੋਡਰੇਟ ਰੇਟ ਦੇ ਨਾਲ ਚੱਲਦੀਆਂ ਨੇ। ਇਹ ਚੀਜ਼ ਤਾਂ ਆਪਾਂ ਨੂੰ ਇਹ ਚੀਜ਼ ਦੱਸ ਰਹੀ ਹੈ ਨਾ ਕਿ ਹਰੇਕ ਰਿਐਕਸ਼ਨ ਫਾਸਟ ਹੈ, ਬਟ ਐਕਚੁਅਲੀ ਹਰੇਕ ਰਿਐਕਸ਼ਨ ਫਾਸਟ ਨਹੀਂ ਹੈਗੀ। ਤਾਂ ਇਹਦੇ ਪਿੱਛੇ ਲੌਜਿਕ ਕੀ ਹੈ, ਜਿਵੇਂ ਮੈਂ ਹੁਣ ਸਮਝਾ ਰਿਹਾ ਸੀ, ਮੰਨ ਲਓ ਟੋਟਲ 100 ਕੋਲਿਜ਼ਨਸ ਹੋ ਰਹੇ ਨੇ, 100 ਦੇ 100 ਹੀ ਇਫੈਕਟਿਵ ਨਹੀਂ ਹੁੰਦੇ। ਉਹਦੇ ਵਿੱਚੋਂ ਕੁਝ ਕੋਲਿਜ਼ਨਸ ਨੇ ਜਿਹੜੇ ਇਫੈਕਟਿਵ ਹੁੰਦੇ ਨੇ, ਜਿਹੜੇ ਪ੍ਰੋਡਕਟ ਦੇ ਸਕਦੇ ਨੇ। ਠੀਕ ਹੈ ਜੀ। ਬਾਕੀ 80 ਨੇ ਜਿਹੜੇ, ਉਹ ਕੋਲਿਜ਼ਨਸ ਤਾਂ ਹੋਣਗੇ ਬਟ ਪ੍ਰੋਡਕਟ ਨਹੀਂ ਦੇਣਗੇ। ਕੋਲਿਜ਼ਨ ਹੋਣ ਤੋਂ ਬਾਅਦ ਪਾਰਟੀਕਲਸ ਆਪਣੀ ਆਪਣੀ ਸਾਈਡ 'ਤੇ ਚਲੇ ਜਾਣਗੇ। ਠੀਕ ਹੈ। ਇਟ ਮੀਨਸ ਕੋਲਿਜ਼ਨ ਹੋਣਗੇ, ਠੀਕ ਹੈ,
ਉਹ ਕੋਲੀਜ਼ਨ ਅੱਗੇ ਇਫੈਕਟਿਵ ਹੋਣਗੇ, ਇਹ ਨੈਕਸਟ ਆਪਣੀ ਪ੍ਰੋਬਲਮ ਹੈ। ਠੀਕ ਹੈ ਜੀ, ਕੋਲੀਜ਼ਨ ਹੋਣੇ ਚਾਹੀਦੇ ਨੇ, ਓਕੇ ਹੈ। ਉਹਨਾਂ ਚੋਂ ਕਾਫੀ ਕੋਲੀਜ਼ਨਸ ਇਫੈਕਟਿਵ ਹੁੰਦੇ ਨੇ, ਮੀਨਸ ਉਹ ਕੋਲੀਜ਼ਨਾਂ ਦੇ ਵਿੱਚੋਂ ਇਫੈਕਟਿਵ ਕੋਲੀਜ਼ਨਸ ਵੀ ਹੋਣੇ ਚਾਹੀਦੇ ਨੇ। ਸਿਰਫ ਜਿਹੜੇ ਇਫੈਕਟਿਵ ਕੋਲੀਜ਼ਨਸ ਨੇ ਉਹੀ ਪ੍ਰੋਡਕਟ ਦੇਣਗੇ। ਇਸ ਲਈ ਜਿਹੜੀਆਂ ਸਾਰੀਆਂ ਰਿਐਕਸ਼ਨਸ ਨੇ ਉਹ ਇੰਨੀਆਂ ਜ਼ਿਆਦਾ ਫਾਸਟ ਨਹੀਂ ਹੁੰਦੀਆਂ। ਠੀਕ ਹੈ ਜੀ, ਕਿਉਂ? ਬਿਕੋਜ਼ ਕੁਝ ਕੋਲੀਜ਼ਨਸ ਨੇ ਜਿਹੜੇ ਇਫੈਕਟਿਵ ਹੁੰਦੇ ਨੇ। ਕੋਲੀਜ਼ਨਸ ਤਾਂ ਬਹੁਤ ਹੁੰਦੇ ਨੇ ਰਿਐਕਸ਼ਨ ਦੇ ਵਿੱਚ, ਬਟ ਕੁਝ ਕੋਲੀਜ਼ਨਸ ਨੇ ਜਿਹੜੇ ਇਫੈਕਟਿਵ ਹੁੰਦੇ ਨੇ, ਉਹੀ ਪ੍ਰੋਡਕਟ ਦੇ ਸਕਦੇ ਨੇ। ਕਿਸੇ ਰਿਐਕਸ਼ਨ ਦੇ ਵਿੱਚ ਜਿਹੜੇ ਇਫੈਕਟਿਵ ਕੋਲੀਜ਼ਨ ਨੇ ਉਹ ਜ਼ਿਆਦਾ ਹੁੰਦੇ ਨੇ, ਕਿਸੇ ਦੇ ਵਿੱਚ ਘੱਟ ਹੁੰਦੇ ਨੇ। ਠੀਕ ਹੈ ਜੀ, ਜਿਨ੍ਹਾਂ ਦੇ ਵਿੱਚ ਇਫੈਕਟਿਵ ਕੋਲੀਜ਼ਨ ਜ਼ਿਆਦਾ ਹੁੰਦੇ ਨੇ ਉਹ ਰਿਐਕਸ਼ਨਾਂ ਫਾਸਟ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਘੱਟ ਹੁੰਦੇ ਨੇ ਉਹ ਰਿਐਕਸ਼ਨਸ ਸਲੋ ਹੁੰਦੀਆਂ ਨੇ। ਠੀਕ, ਤਾਂ ਇਫੈਕਟਿਵ ਕੋਲੀਜ਼ਨਸ ਕੀ ਹੋ ਗਏ? ਜਿਹੜੇ ਕੋਲੀਜ਼ਨਸ ਆਪਾਂ ਨੂੰ ਪ੍ਰੋਡਕਟ ਦੇ ਸਕਦੇ ਨੇ, ਦੇ ਆਰ ਇਫੈਕਟਿਵ ਕੋਲੀਜ਼ਨ। ਅੱਗੇ ਆਪਾਂ ਇੱਕ ਹੋਰ ਕੁਆਂਟਿਟੀ ਨੂੰ ਡਿਫਾਈਨ ਕਰਾਂਗੇ, ਜਿਹੜੀ ਕਿ ਆਪਾਂ ਅੱਗੇ ਜ਼ਰੂਰਤ ਹੈ ਆਪਾਂ ਨੂੰ ਅੱਗੇ ਆਪਾਂ ਨੂੰ ਅਪਲਾਈ ਕਰਨੀ ਚਾਹੁੰਦੇ ਹਾਂ। ਉਹਦਾ ਨਾਮ ਹੈ ਕੋਲੀਜ਼ਨ ਫ੍ਰੀਕੁਐਂਸੀ। ਕੋਲੀਜ਼ਨ ਫ੍ਰੀਕੁਐਂਸੀ, ਕੋਲੀਜ਼ਨ ਫ੍ਰੀਕੁਐਂਸੀ ਨੂੰ ਆਪਾਂ ਡਿਨੋਟ ਕਰਦੇ ਹਾਂ Z ਦੇ ਨਾਲ। ਕੋਲੀਜ਼ਨ ਫ੍ਰੀਕੁਐਂਸੀ ਹੁੰਦੀ ਹੈ ਦ ਨੰਬਰ ਆਫ ਕੋਲੀਜ਼ਨਸ ਦੈਟ ਟੇਕਸ ਪਲੇਸ ਪਰ ਸੈਕਿੰਡ ਪਰ ਯੂਨਿਟ ਵੋਲੀਅਮ ਆਫ ਦ ਰਿਐਕਸ਼ਨ ਮਿਕਸਚਰ ਇਜ਼ ਨੋਨ ਐਜ਼ ਕੋਲੀਜ਼ਨ ਫ੍ਰੀਕੁਐਂਸੀ। ਇੱਕ ਸੈਕਿੰਡ 'ਚ ਇੱਕ ਯੂਨਿਟ ਵੋਲੀਅਮ 'ਚ ਕਿੰਨੇ ਕੋਲੀਜ਼ਨ ਹੋ ਰਹੇ ਨੇ, ਉਹਦਾ ਨਾਮ ਕੀ ਹੈ? ਕੋਲੀਜ਼ਨ ਫ੍ਰੀਕੁਐਂਸੀ। ਆਪਾਂ ਇੱਕ ਐਗਜ਼ਾਮਪਲ ਲੈ ਕੇ ਇਹਨੂੰ ਸਮਝਦੇ ਹਾਂ। ਮੰਨ ਲਓ ਆਪਣੇ ਕੋਲ ਇੱਕ ਡੱਬਾ ਹੈ, ਬਾਕਸ ਹੈ। ਠੀਕ ਹੈ ਜੀ, ਕਿਊਬਿਕਲ ਬਾਕਸ ਹੈ ਆਪਣੇ ਕੋਲ। ਇਸ ਕਿਊਬਿਕਲ ਬਾਕਸ ਦੇ ਵਿੱਚ ਆਪਣੇ ਕੋਲ ਕੀ ਨੇ? ਰੈਕਟੈਂਟਸ ਨੇ। ਇਹ ਰੈਕਟੈਂਟਸ ਆਪਸ ਵਿੱਚ ਕੋਲੀਜ਼ਨ ਕਰੀ ਜਾਂਦੇ ਨੇ। ਠੀਕ ਹੈ ਜੀ, ਇਹ ਜਿਹੜਾ ਡੱਬਾ ਹੈ ਇਹ 1 ਯੂਨਿਟ ਵੋਲੀਅਮ ਹੈ, ਮੀਨਸ ਇਹਦੀ ਲੈਂਥ ਵਿਡਥ ਹਾਈਟ ਕੀ ਹੈ? 1 ਸੈਂਟੀਮੀਟਰ 1 ਸੈਂਟੀਮੀਟਰ 1 ਸੈਂਟੀਮੀਟਰ ਹੈ, ਜਾਂ 1 ਮੀਟਰ 1 ਮੀਟਰ 1 ਮੀਟਰ ਹੈ। ਠੀਕ ਹੈ, ਅਕੋਰਡਿੰਗ ਟੂ ਰਿਐਕਸ਼ਨ ਹੈ, ਮੀਨਸ ਯੂਨਿਟ ਵੋਲੀਅਮ ਦਾ। ਠੀਕ ਹੈ, ਜਾਂ ਤਾਂ 1 ਸੈਂਟੀਮੀਟਰ ਸਕੁਏਅਰ ਦਾ ਕਿਊਬ ਦਾ, ਜਾਂ 1 ਮੀਟਰ ਕਿਊਬ ਦਾ, ਐਵੇਂ ਕਰਕੇ। ਮਤਲਬ ਹੈ ਕਿ ਇਹ ਯੂਨਿਟ ਹੈ। ਠੀਕ ਹੈ ਜੀ, ਇੱਕ ਯੂਨਿਟ ਵੋਲੀਅਮ ਦਾ ਇਹ ਕਿਊਬ ਹੈ। ਇਹਦੇ ਵਿੱਚ ਰਿਐਕਟੈਂਟ ਪਾਰਟੀਕਲਸ ਨੇ, ਉਹ ਆਪਸ ਵਿੱਚ ਕੋਲੀਜ਼ਨ ਕਰਦੇ ਨੇ। ਉਹ ਕੋਲੀਜ਼ਨ 1 ਸੈਕਿੰਡ 'ਚ ਕਿੰਨੇ ਕਰ ਸਕਦੇ ਨੇ ਮੈਕਸਿਮਮ, ਉਹਨੂੰ ਆਪਾਂ ਬੋਲਦੇ ਹਾਂ ਕੋਲੀਜ਼ਨ ਫ੍ਰੀਕੁਐਂਸੀ। ਇਹਨੂੰ ਆਪਾਂ Z ਦੇ ਨਾਲ ਡਿਨੋਟ ਕਰਦੇ ਹਾਂ। ਠੀਕ ਹੈ ਜੀ, ਕੋਲੀਜ਼ਨ ਫ੍ਰੀਕੁਐਂਸੀ। ਠੀਕ, ਕੋਲੀਜ਼ਨ ਫ੍ਰੀਕੁਐਂਸੀ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ। ਨਾਓ ਨੈਕਸਟ ਆਪਾਂ ਨੇ ਹੁਣ ਬੋਲਿਆ ਸੀ ਕਿ ਅਗਰ ਆਪਾਂ ਟੋਟਲ 100 ਕੋਲੀਜ਼ਨਸ ਲੈ ਕੇ ਚੱਲਦੇ ਹਾਂ ਤਾਂ ਮੇ ਵੀ ਪੋਸੀਬਲ ਹੋ ਸਕਦਾ ਕਿ ਉਹਦੇ ਵਿੱਚੋਂ 20 ਕੋਲੀਜ਼ਨਸ ਕੀ ਹੋਣ? ਇਫੈਕਟਿਵ ਹੋਣ, ਅਤੇ ਬਾਕੀ ਜਿਹੜੇ 80 ਨੇ ਉਹ ਇਫੈਕਟਿਵ ਨਾ ਹੋਣ। ਅਗਰ ਇਫੈਕਟਿਵ ਹੋਣਗੇ ਤਾਂ ਇਹ ਪ੍ਰੋਡਕਟ ਦੇਣਗੇ। ਠੀਕ ਹੈ, ਜਿਵੇਂ ਆਪਾਂ ਕਹਿੰਦੇ ਹਾਂ ਵੀ ਆਪਣੇ ਕੋਲ 100 ਦਾ ਪੇਪਰ ਹੈ, ਉਹ 'ਚੋਂ 33 ਵਾਲਾ ਪਾਸ ਹੈ। ਠੀਕ ਹੈ, ਇਟ ਮੀਨਸ 33 ਇੱਕ ਇੱਦਾਂ ਦੀ ਕੰਡੀਸ਼ਨ ਹੋਗੀ, ਜੇ ਇਸ ਤੋਂ ਨੰਬਰ ਘੱਟ ਹੋਣਗੇ ਤਾਂ ਫੇਲ ਹੈ, ਜੇ ਇਸ ਤੋਂ ਨੰਬਰ ਜ਼ਿਆਦਾ ਹੋਣਗੇ ਜਾਂ ਇਸ ਦੇ ਇਕੁਅਲ ਹੋਣਗੇ ਤਾਂ ਜਿਹੜਾ ਕੋਈ ਵੀ ਸਟੂਡੈਂਟ ਉਹ ਪਾਸ ਹੈ। ਇਟ ਮੀਨਸ ਇਹ ਕੰਡੀਸ਼ਨ ਹੈ ਇੱਕ, ਜੇ ਇਹ ਕੰਡੀਸ਼ਨ ਨੂੰ ਨੰਬਰਸ ਆਪਣੇ ਫੁੱਲਫਿਲ ਕਰ ਰਹੇ ਨੇ ਤਾਂ ਆਪਾਂ ਪਾਸ ਹੈ, ਅਦਰਵਾਈਜ਼ ਆਪਾਂ ਫੇਲ ਹੈ। ਸੇਮ ਹੀ ਜਿਹੜੇ ਇਫੈਕਟਿਵ ਕੋਲੀਜ਼ਨਸ ਨੇ, ਕੁਝ ਕੋਲੀਜ਼ਨਸ ਨੇ ਜਿਹੜੇ ਇੱਕ ਕੁਝ ਕੰਡੀਸ਼ਨਸ ਨੂੰ ਓਬੇ ਕਰ ਲੈਂਦੇ ਨੇ ਅਤੇ ਇਫੈਕਟਿਵ ਬਣ ਜਾਂਦੇ ਨੇ, ਅਤੇ ਬਾਕੀ ਸਾਰੇ ਕੀ ਹੁੰਦੇ ਨੇ? ਇਨਇਫੈਕਟਿਵ ਹੁੰਦੇ ਨੇ। ਠੀਕ ਹੈ ਜੀ, ਤਾਂ ਉਹ ਕਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਨੂੰ ਫੁੱਲਫਿਲ ਕਰਕੇ ਕੋਈ ਵੀ ਕੋਲੀਜ਼ਨ ਇਫੈਕਟਿਵ ਬਣ ਸਕਦਾ ਹੈ? ਤਾਂ ਉਹ 'ਚੋਂ ਪਹਿਲੀ ਕੰਡੀਸ਼ਨ ਹੈ ਐਨਰਜੀ ਵੈਰੀਅਰ। ਐਨਰਜੀ ਵੈਰੀਅਰ, ਦੇਖੋ ਜਿਹੜੇ ਰਿਐਕਟਿੰਗ ਸਪੀਸੀਜ਼ ਨੇ ਉਹ ਆਪਸ ਵਿੱਚ ਕੋਲੀਜ਼ਨ ਕਰਦੇ ਨੇ, ਕਿਉਂ? ਉਹਨਾਂ ਕੋਲ ਐਨਰਜੀ ਵੀ ਹੈਗੀ ਹੈ। ਠੀਕ ਹੈ, ਐਨਰਜੀ ਦੇ ਨਾਲ ਆਪਸ ਵਿੱਚ ਇੱਕ ਦੂਸਰੇ ਵਿੱਚ ਵੱਜਦੇ ਨੇ। ਕੋਲੀਜ਼ਨਸ ਤੋਂ ਬਾਅਦ ਹੋ ਸਕਦਾ ਉਹ ਡੀਐਕਟੀਵੇਟ ਹੋ ਜਾਣ, ਆਪਣੀ ਸਾਈਡ 'ਤੇ ਚਲੇ ਜਾਣ, ਜਾਂ ਹੋ ਸਕਦਾ ਕੋਲੀਜ਼ਨ ਤੋਂ ਬਾਅਦ ਉਹ ਪ੍ਰੋਡਕਟ ਦੇ ਦੇਣ। ਠੀਕ ਹੈ ਜੀ, ਨਾਓ ਅਗਰ ਉਹਨਾਂ ਨੇ ਪ੍ਰੋਡਕਟ ਦੇਣਾ ਹੋਏਗਾ ਤਾਂ ਉਹਦੇ ਲਈ ਇੱਕ ਕੰਡੀਸ਼ਨ ਹੈ। ਕੀ ਕੰਡੀਸ਼ਨ ਹੈ? ਕਿ ਰਿਐਕਟੈਂਟਾਂ ਕੋਲੇ ਜਿਹੜੀ ਐਨਰਜੀ ਹੈ ਉਹ ਇੰਨੀ ਕੁ ਐਨਰਜੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਆਪਣੇ ਬੌਂਡਸ ਨੂੰ ਬ੍ਰੇਕ ਡਾਊਨ ਕਰ ਸਕਣ। ਠੀਕ ਹੈ, ਤਾਂ ਮਿਨੀਮਮ ਕਿੰਨੀ ਕੁ ਐਨਰਜੀ ਚਾਹੀਦੀ ਹੈ ਰਿਐਕਟੈਂਟਸ ਦੇ ਬੌਂਡ ਨੂੰ ਬ੍ਰੇਕ ਡਾਊਨ ਕਰਨ ਦੇ ਲਈ, ਉਹਨੂੰ ਆਪਾਂ ਬੋਲਦੇ ਹਾਂ ਥ੍ਰੈਸ਼ਹੋਲਡ ਐਨਰਜੀ। ਥ੍ਰੈਸ਼ਹੋਲਡ ਐਨਰਜੀ ਇਹ ਹਰੇਕ ਰਿਐਕਸ਼ਨ ਦੇ ਲਈ ਅਲੱਗ-ਅਲੱਗ ਹੁੰਦੀ ਹੈ, ਵੇਰੀ ਕਰਦੀ ਰਹਿੰਦੀ ਹੈ ਥ੍ਰੈਸ਼ਹੋਲਡ ਐਨਰਜੀ। ਇਟ ਮੀਨਸ ਇਹਨਾਂ ਦੋਨਾਂ ਰਿਐਕਟੈਂਟਾਂ ਕੋਲ ਅਗਰ ਥ੍ਰੈਸ਼ਹੋਲਡ ਐਨਰਜੀ ਜਿੰਨੀ ਐਨਰਜੀ ਹੈ ਜਾਂ ਇਸ ਤੋਂ ਜ਼ਿਆਦਾ ਐਨਰਜੀ ਹੈ ਤਾਂ ਇਹ ਆਪਣੇ ਬੌਂਡਸ ਬ੍ਰੇਕ ਕਰ ਸਕਦੇ ਨੇ, ਇਹਨਾਂ ਦਾ ਕੋਲੀਜ਼ਨ ਇਫੈਕਟਿਵ ਹੋ ਸਕਦਾ ਹੈ, ਇਹ ਪ੍ਰੋਡਕਟ ਦੇ ਸਕਦੇ ਨੇ। ਅਗਰ ਐਨਰਜੀ ਘੱਟ ਹੋਈ ਇਹਨਾਂ ਕੋਲ ਤਾਂ ਇਹੀ ਆਪਸ ਵਿੱਚ ਕੋਲੀਜ਼ਨ ਕਰਕੇ ਆਪਣੇ ਰਸਤੇ 'ਤੇ ਚਲੇ ਜਾਣਗੇ। ਠੀਕ ਹੈ ਜੀ, ਸੈਕਿੰਡ ਕੰਡੀਸ਼ਨ ਕੀ ਹੈ? ਓਰੀਐਂਟੇਸ਼ਨ। ਸੈਕਿੰਡ ਇਜ਼ ਓਰੀਐਂਟੇਸ਼ਨ ਬੈਰੀਅਰ। ਜਿਹੜੇ ਵੀ ਰਿਐਕਟਿੰਗ ਸਪੀਸੀਜ਼ ਆਪਸ ਵਿੱਚ ਕੋਲਾਈਡ ਕਰਨਗੇ, ਕੋਲੀਜ਼ਨ ਹੋਊਗਾ ਜਿਨ੍ਹਾਂ ਦਾ, ਉਹਨਾਂ ਦੀ ਓਰੀਐਂਟੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ। ਮਤਲਬ ਕਿ ਕਿਹੜੀ ਸਾਈਡ ਆਪਸ ਵਿੱਚ ਕੋਲੀਜ਼ਨ ਕਰ ਰਹੀ ਹੈ ਦੋ ਮੋਲੀਕਿਊਲਾਂ ਦੀ, ਉਹ ਸਾਈਡ ਜਿਹੜੀ ਹੈਗੀ ਉਹ ਵੀ ਪ੍ਰੋਪਰ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਹੋ ਸਕਦਾ ਇਹਦੀ ਇੱਧਰਲੀ ਸਾਈਡ ਐਕਟਿਵ ਹੋਵੇ, ਇੱਧਰਲੀ ਸਾਈਡ ਡੀਐਕਟੀਵੇਟ ਹੋਵੇ, ਐਕਟਿਵ ਨਾ ਹੋਵੇ।
अगर ये साइट इधरली एक्टिव साइट नाल कोलिजन करती है तो प्रोडक्ट बनणगे, बट हो सकता है इधरली साइड ये कोलिजन कर जाए, फिर कोलिजन तो बाद कोई प्रोडक्ट नहीं बनूगा। इनू मैं एग्जाम्पल नाल समझाउणा, जिवें अपने कोले NO2 + NO2 है, ये N2O4 बना रही है। NO नू मैं इदां रिप्रजेंट कर दिना, ठीक है जी। ये NO का मॉलीक्यूल है, NO2 का सॉरी, एक ये सैकेंड मॉलीक्यूल है NO2 का। ਇਹਦਾ नाइट्रोजन तो ਇਹਦਾ नाइट्रोजन आपस में कोलिजन कर रहे हैं। ये दोनों मॉलीक्यूल इस ढंग नाल आपस में कोलिजन कर रहे हैं कि ਇਹਦਾ नाइट्रोजन ਇਹਦੇ नाइट्रोजन नाल सीधा डायरैक्टली कोलिजन करेगा। अगर ये कोलिजन होया तो अपने को N2O फॉर्म हो जाएगा। बट इफ ये इदां कंबाइन किते कि दोनों के नाइट्रोजन आपस में ना कोलाइड होए तो फिर की होएगा, इदां करके अगर यदा नाइट्रोजन यदा ऑक्सीजन आपस में कोलिजन किया तो कोई प्रोडक्ट नहीं बनूगा। इट मीनस ये जी ओरीएंटेशन सी इन्हां दी जिहड़ी साइड तो कोलिजन करना सी इन्होंने प्रॉपर है नहीं सी, बट इत्थे की सी प्रॉपर सी। नाइट्रोजन का नाइट्रोजन नाल कोलिजन होंदा है तो N2O फॉर्म बनता है, O4 बनता सॉरी, अदरवाइज नहीं बनता। इट मीनस अपने को दो कंडीशनस हो गई। अगर कोई कोलिजन इन्हां दोनों कंडीशनस को फुलफिल करता है तो कोलिजन की होएगा, अफेक्टिव होएगा, अदरवाइज वो अफेक्टिव नहीं होएगा। मिनीमम अमाउंट ऑफ एनर्जी रिएक्टेंटा कोले जिन्नी चाहिए होगी थ्रैशोल्ड एनर्जी। अगर ये जिन्नी एनर्जी है जाए तो ज़्यादा एनर्जी है तो एनर्जी बैरीयर नू पार कर गए, ओरीएंटेशन बैरीयर नू भी पार कर गए, इट मीनस वो कोलिजन इफेक्टिव हो गया तो प्रोडक्ट अपने को फॉर्म हो गई। ठीक है जी। तो आप कोलिजन थ्योरी दे विच की चीज़ां सीखियां, वो तीन चीज़ां की ने, यही तीन दे पोस्टुलेट भी बन जाएंगे। पहला हैगा फॉर ए रिएक्शन टू बी अकर देयर मस्ट बी कोलिजन बिटवीन द रिएक्टिंग स्पीसीज़। किसी भी रिएक्शन अकर करने के लिए कोलिजन्स होने जरूरी ने। सैकेंड, ओनली सर्टन फ्रैक्शन ऑफ टोटल नंबर ऑफ कोलिजन्स आर इफेक्टिव इन द फॉर्मिंग ऑफ प्रोडक्ट्स। कुछ कोलिजन्स ने जिहड़े इफेक्टिव होंगे टोटल नंबर ऑफ कोलिजन्स दे विचों। थर्ड वन, फॉर इफेक्टिव कोलिजन्स द मॉलीक्यूल्स शुड पोजेस सफिशेंट एनर्जी एज वेल एज ओरीएंटेशन। उन्होंने को जी एनर्जी है थ्रैशोल्ड एनर्जी नालों ज़्यादा होनी चाहिए है या इक्वल होनी चाहिए है, तो उन्होंने ओरीएंटेशन भी प्रॉपर होनी चाहिए है। ठीक है जी। इफेक्टिव कोलिजन्स के लिए तो ये तीन दे पोस्टुलेट बन गए थ्योरी दे। क्लीयर है नाउ। सो ये थ्योरी पढ़ ली अपने जान लिया कि रिएक्शन जो चलती है वो इफेक्टिव कोलिजन्स जरूरी ने। जिन्ने इफेक्टिव कोलिजन्स ज़्यादा होणगे उन्नी अपनी रिएक्शन की रेट फास्ट होएगी। इट मीनस अपनी जी रेट है ऑफ रिएक्शन ये डिपेंड करगी इफेक्टिव कोलिजन्स से। ठीक है जी। इफेक्टिव कोलिजन्स से अपनी रेट की होगी डिपेंड करगी। बट इफेक्टिव कोलिजन्स नूं आपां डायरैक्टली फाइंड आउट नहीं कर सकते, इनडायरैक्टली फाइंड आउट करते हैं। किवें? रेट ऑफ द रिएक्शन अकॉर्डिंग टू दिस थ्योरी इज डायरैक्टली प्रोपोर्शनल टू Z एंड डायरैक्टली प्रोपोर्शनल टू F। Z इज कोलिजन फ्रीक्वेंसी, F इज फ्रैक्शन ऑफ इफेक्टिव कोलिजन्स। आप इफेक्टिव कोलिजन टोटल नहीं काउंट करांगे, आप की फ्रैक्शन ऑफ इफेक्टिव कोलिजन्स। एक ही है टोटल नंबर ऑफ कोलिजन्स, एक ही है फ्रैक्शन ऑफ इफेक्टिव कोलिजन्स। सपोज करो अपने को जोड़े नंबर ऑफ कोलिजन्स हो रहे हैं वो 80% हो रहे हैं। कितने परसेंट हो रहे हैं? 80%। ठीक है। टोटल नंबर ऑफ कोलिजन्स सपोज करो कि 100 ने। इट मीनस Z की वैल्यू इतने 100 होगी, F की वैल्यू की होगी 80/100। अगर आप दोनों मल्टीप्लाई करिए तो 100 ना 100 तो कट गया, 80 आ गया। इट मीनस इन्होंने दोनों मल्टीप्लाई करन ते इट मीनस इन्होंने दोनों मल्टीप्लाई करन ते अपने को की वैल्यू आ रही है? इफेक्टिव कोलिजन की वैल्यू आ रही है। तो आप डायरैक्टली इफेक्टिव कोलिजन नहीं फाइंड आउट किए, आप इनडायरैक्टली किए ने Z तो F नूं मल्टीप्लाई करके। तो अपनी रेट ऑफ रिएक्शन की आ गई हूँ इतने, रेट ऑफ रिएक्शन इज इक्वल टू Z इंटू F। तो अकॉर्डिंग टू कोलिजन थ्योरी Z एंड F की वैल्यू कैलकुलेट करो तो किसी भी रिएक्शन की रेट ईजिली दस दो। ठीक है जी। जिन्नी F की वैल्यू तो Z की वैल्यू ज़्यादा होएगी उन्नी रेट ऑफ रिएक्शन ज़्यादा होएगी। इट मीनस रेट ऑफ रिएक्शन Z एंड F पर डिपेंड कर रही है। ठीक है जी। अज के लैक्चर के इन्ना की सीगा, तो मिलते हैं नैक्सट लैक्चर के।